ਭਾਸਕਰ ਸਾਹਿਬ ਮਾਮਲਾ ਬਹੁਤ ਸੈਂਸਿਟਿਵ ਆ। ਇਹ ਏਰੀਆ ਚੰਡੀਗੜ੍ਹ ਦਾ ਏਰੀਆ ਪੰਜਾਬ ਦੀ ਰਾਜਧਾਨੀ ਲਈ ਜਾਣਿਆ ਜਾਂਦਾ ਔਰ ਬਣਾਇਆ ਵੀ ਇਸੇ ਕਰਕੇ ਗਿਆ। ਉਹ ਪਿੰਡ ਉਜਾੜੇ, ਉੱਥੇ ਇਹ ਮਾਡਰਨ ਸਿਟੀ ਉਸਾਰਿਆ, ਪਰ ਇਹਦਾ ਸਵਾਦ ਕਦੇ ਪੰਜਾਬ ਨੂੰ ਮਿਲਿਆ ਨਹੀਂ। ਹੁਣ ਜਦੋਂ ਨਵੀਂ ਕਵਾਇਦ ਵਿੱਚ ਹਰਿਆਣੇ ਨੇ ਇਹ ਮਾਮਲਾ ਸ਼ਾਇਦ ਜੈਪੁਰ ਦੇ ਵਿੱਚ ਉੱਠਿਆ ਸੀ, ਜਦੋਂ ਹਰਿਆਣੇ ਨੇ ਗ੍ਰਹਿ ਮੰਤਰੀ ਦੇ ਸਾਹਮਣੇ ਇਹ ਮਾਮਲਾ ਰੱਖਿਆ ਸੀ ਵੀ ਸਾਨੂੰ ਵੱਖਰੀ ਵਿਧਾਨ ਸਭਾ ਚਾਹੀਦੀ ਹੈ ਔਰ ਸਾਡੀ ਉੱਥੇ ਲੋੜ ਪੂਰੀ ਨਹੀਂ ਹੋ ਰਹੀ, ਸਾਨੂੰ ਚੰਡੀਗੜ੍ਹ ਦੇ ਵਿੱਚ ਇੱਕ ਚੰਕ, ਇੱਕ ਪਲਾਟ ਦਿੱਤਾ ਜਾਵੇ ਜਿੱਥੇ ਅਸੀਂ ਆਪਣੀ ਉਸਾਰ ਲਈਏ ਵਿਧਾਨ ਸਭਾ। ਹੁਣ ਜਦੋਂ ਫੈਸਲਾ ਹੀ ਹੋ ਗਿਆ ਲਗਭਗ ਕਿ ਉਹਨਾਂ ਨੂੰ 10 ਏਕੜ ਦੇ ਦਿਓ ਔਰ ਉਹਦੇ ਬਦਲੇ ਤੁਸੀਂ ਹਰਿਆਣੇ ਕੋਲੋਂ 12 ਏਕੜ ਜ਼ਮੀਨ ਲੈ ਲਓ, ਚੰਡੀਗੜ੍ਹ ਤੇ ਹਰਿਆਣੇ ਦੀ ਜ਼ਮੀਨ ਵਿੱਚ ਸਮਾਨਤਾ ਕਿਵੇਂ ਆ? ਦੂਜੀ ਗੱਲ, ਕਿਉਂ ਵਜਦਾ ਹਰਿਆਣਾ ਚੰਡੀਗੜ੍ਹ ਦੇ ਵਿੱਚ ਆਪਣੀ ਉਹਨੂੰ ਉੱਥੇ ਵਿਧਾਨ ਸਭਾ ਚਾਹੀਦੀ ਜਦੋਂ ਅਜੇ ਇਹ ਏਰੀਆ ਹੀ ਪੂਰੀ ਤਰ੍ਹਾਂ ਡਿਸਪਿਊਟਡ ਆ? ਇਹ ਜਦੋਂ ਏਰੀਆ ਹੀ ਵਿਵਾਦ ਵਾਲਾ ਉਦੋਂ ਇਸ ਗੱਲ ਨੂੰ ਕਿੱਦਾਂ ਲਈਏ? ਮੈਨੂੰ ਭਾਸਕਰ ਸਾਹਿਬ ਇਹ ਸਮਝਾਓ। ਹੁਣ ਪੰਜਾਬ ਦਾ ਰੁਖ ਕੀ ਹੋਣਾ ਚਾਹੀਦਾ? ਪੰਜਾਬ ਦੇ ਰਾਜਪਾਲ ਦਾ ਬਤੌਰ ਪ੍ਰਸ਼ਾਸਕ ਉਹਦਾ ਰੁਖ ਕੀ ਹੋਣਾ ਚਾਹੀਦਾ ਸੀ? ਇਸ ਕਵਾਇਦ ਨੂੰ ਰੋਕਿਆ ਜਾ ਸਕਦਾ? ਇਹਦੇ ਵਿੱਚ ਆਪਸ਼ਨਸ ਕੀ ਹੋਣਗੀਆਂ? ਉਹ ਤਾਂ ਇੰਦਰਪ੍ਰੀਤ ਜੀ ਨੂੰ ਵਿੱਚ ਲੈਣੇ ਨਾਲ, ਪਰ ਮੈਨੂੰ ਪਹਿਲਾਂ ਦੱਸੋ ਵੀ ਸਾਰੀ ਜਿਹੜੀ ਕਵਾਇਦ ਕੀ ਹੋਈ ਆ, ਇਹਦੇ ਚ ਚਿੱਠੀ ਪੱਤਰ ਕੀ ਹੋਇਆ ਔਰ 10 ਏਕੜ ਦੀ ਕੀ ਸਿਧਾਂਤਕ ਸਹਿਮਤੀ ਬਣ ਗਈ ਔਰ ਕਿੱਥੇ ਦੇ ਰਿਹਾ ਹੈ? ਚੰਡੀਗੜ੍ਹ ਦੀ ਯੂਟੀ ਐਡਮਿਨਿਸਟ੍ਰੇਸ਼ਨ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ 10 ਏਕੜ ਜਗ੍ਹਾ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਅਲਾਟ ਕਰਨ ਦੀ ਗੱਲ ਅੱਗੇ ਤੋਰਤੀ ਹੈ। ਉਹਦੀ ਜਗ੍ਹਾ ਦੇ ਉੱਤੇ ਪੰਚਕੂਲਾ ਦੇ ਵਿੱਚ 12 ਏਕੜ ਦੀ ਗੱਲ ਜਿਹੜੀ ਤੁਰੀ ਸੀਗੀ, ਉਸ 12 ਏਕੜ ਦੀ ਡੀਮਾਰਕੇਸ਼ਨ ਉਹ ਵੀ ਯੂਟੀ ਐਡਮਿਨਿਸਟ੍ਰੇਸ਼ਨ ਨੇ ਮੰਗ ਲਈ ਹੈ। ਲੱਗਦਾ ਹੈ ਕਿ ਇਸ ਮੁੱਦੇ ਦੇ ਉੱਤੇ ਜਲਦੀ ਹਰਿਆਣਾ ਨੂੰ 10 ਏਕੜ ਜ਼ਮੀਨ ਚੰਡੀਗੜ੍ਹ ਦੇ ਵਿੱਚ ਦਿੱਤੀ ਜਾ ਸਕਦੀ ਹੈ। ਪੰਜਾਬ ਦਾ ਸਟੈਂਡ ਇਸ ਮੁੱਦੇ ਤੇ ਕੀ ਹੋਣਾ ਚਾਹੀਦਾ ਹੈ, ਇਹਦੇ ਉੱਤੇ ਪੂਰੀ ਇੱਕ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ, ਕਿਉਂਕਿ ਇਸ ਮੁੱਦੇ ਦੇ ਉੱਤੇ ਸਿਰਫ ਵੱਖਰੀ ਵਿਧਾਨ ਸਭਾ ਦਾ ਇਸ਼ੂ ਨਹੀਂ ਹੈ। ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਕਲੇਮ ਜਿਹੜਾ ਲਗਾਤਾਰ ਡਾਇਲਿਊਟ ਹੋ ਰਿਹਾ ਹੈ, ਭਾਵੇਂ ਉਹ ਚੰਡੀਗੜ੍ਹ ਦੇ EMPLOYEES ਦੇ ਵਿੱਚ ਸੈਂਟਰਲ ਸਿਵਲ ਰੂਲਸ ਦੀ ਗੱਲ ਹੋਏ ਜਾਂ ਸਰਵਿਸ ਰੂਲ ਦੀ ਗੱਲ ਹੋਏ, ਉਹਨਾਂ ਗੱਲਾਂ ਕਰਕੇ ਕਈ ਵਾਰ ਕੇਂਦਰ ਸਰਕਾਰ ਪਾਣੀ ਟੈਸਟ ਕਰਦੀ ਹੈ ਔਰ ਇਹ ਪਾਣੀ ਟੈਸਟ ਕਰਨ ਤੋਂ ਬਾਅਦ ਹੁਣ ਗੱਲ ਪਾਣੀ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ, ਸਿਰ ਤੋਂ ਉੱਤੇ ਲੰਘ ਗਿਆ। ਇਸ ਮੁੱਦੇ ਦੇ ਉੱਤੇ ਪੰਜਾਬ ਦਾ ਸਟਰੋਂਗ ਰਿਐਕਸ਼ਨ ਆਉਣਾ ਬਹੁਤ ਜ਼ਰੂਰੀ ਹੈ ਔਰ ਅੱਜ ਹੀ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਇਹ ਜ਼ਮੀਨ ਅਲਾਟ ਕਰ ਦਿੱਤੀ ਗਈ ਉਸ ਤੋਂ ਬਾਅਦ ਤੇ ਫਿਰ ਇਹ ਡਿਸਪਿਊਟ ਜਾਂ ਤੇ ਅਦਾਲਤਾਂ ਦੇ ਵਿੱਚ ਜਾਂ ਵੱਖਰੀ ਮੀਟਿੰਗਾਂ ਦੇ ਵਿੱਚ ਹੀ ਰਹਿ ਜਾਏਗਾ। ਇੰਦਰਪ੍ਰੀਤ ਜੀ, ਹੁਣ ਜਦੋਂ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਗਏ ਆ ਪੰਜਾਬ ਦੇ ਵਿੱਚ, ਤੇ ਉਦੋਂ ਇਹ ਮਾਮਲਾ ਆ ਗਿਆ। ਹੁਣ ਇਹ ਮਾਮਲਾ ਇੱਕ ਤਾਂ ਸਿੱਧਾ ਕੇਂਦਰ ਨਾਲ ਜੁੜਿਆ ਤੇ ਦੂਜਾ ਕੇਂਦਰ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਆ ਉਹ ਹਰਿਆਣੇ ਦੇ ਵਿੱਚ ਵੀ ਛੋਟੀ ਸੱਤਾ 'ਚ ਹੈ। ਹੁਣ ਇਹਦੇ ਵਿੱਚ ਇੱਕ ਤਾਂ ਸੁਨੀਲ ਜਾਖੜ ਦਾ ਰੋਲ ਅੰਕਿਆ ਜਾਊਗਾ, ਦੂਜਾ ਪੰਜਾਬ ਇਹਦਾ ਵਿਰੋਧ ਕਿਵੇਂ ਕਰੇ। ਹੁਣ ਇਹ ਸਵਾਲ ਆ ਕਿ ਕੀ ਸੱਚਮੁੱਚ ਇਸ ਤਰ੍ਹਾਂ ਦੇ ਏਰੀਆ ਜਿਹਦੇ ਬਾਰੇ ਅਜੇ ਸਪਸ਼ਟ ਹੀ ਨਹੀਂ ਕਿ ਉਹਦੇ 'ਚ ਅੱਗੇ ਕਿਵੇਂ ਵਧਿਆ ਜਾਣਾ। ਹੁਣ ਜਦੋਂ ਅਜੇ ਇਹ ਏਰੀਆ ਵਿਵਾਦਤ ਹੈ ਤੇ ਇਹਦੇ ਵਿੱਚ ਹਰਿਆਣਾ ਆਪਣੀ ਵਿਧਾਨ ਸਭਾ ਬਣਾ ਲੈਂਦਾ ਹੈ ਤਾਂ ਕੁਦਰਤੀ ਤੌਰ ਤੇ ਉਹਦਾ ਹੱਕ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ। ਫਿਰ ਇਹ ਅਸੀਂ ਮੰਨ ਸਕਦੇ ਹਾਂ ਕਿ ਹਰਿਆਣੇ ਨੂੰ ਵੀ ਆਪਣੀ ਰਾਜਧਾਨੀ ਨਹੀਂ ਚਾਹੀਦੀ, ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਇੱਥੇ ਹੀ ਸਾਰੀ ਜਾਵਾਂਗੇ ਤੇ ਪੰਜਾਬ ਦਾ ਤਾਂ ਫਿਰ ਕਦੇ ਵੀ ਕੁਝ ਨਹੀਂ ਬਣਨ ਵਾਲਾ। ਇਸ ਵੇਲੇ ਦੇ ਸੱਤਾਧਾਰੀ ਪੰਜਾਬ ਵਾਲੇ ਇਸ ਮਾਮਲੇ 'ਚ ਕਿਹੋ ਜਿਹਾ ਸਟੈਂਡ ਲੈ ਸਕਦੇ ਜਾਂ ਉਹਨਾਂ ਨੂੰ ਲੈਣਾ ਚਾਹੀਦਾ? ਰੰਧਾਵਾ ਸਾਹਿਬ, ਦੇਖੋ, ਜਿਹੜਾ ਕੈਪੀਟਲ ਦਾ ਮਾਮਲਾ ਹੈ, ਜੇ ਅਸੀਂ ਇਹ ਗੱਲ ਕਰੀਏ ਕਿ ਜਿੰਨੀਆਂ ਵੀ 1947 ਤੋਂ ਬਾਅਦ ਜਿੰਨੀਆਂ ਵੀ ਸਟੇਟਾਂ ਨਵੀਆਂ ਬਣੀਆਂ ਨੇ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਦੀਆਂ ਨਵੀਆਂ ਰਾਜਧਾਨੀਆਂ ਉਹਨਾਂ ਨੇ ਆਪਣੀਆਂ ਸਥਾਪਿਤ ਕੀਤੀਆਂ। ਇਕੱਲੇ ਪੰਜਾਬ ਇੱਕ ਇਹੋ ਜਿਹੀ ਸਟੇਟ ਹੈ ਜਿਹਨੂੰ ਉਹਦੀ ਰਾਜਧਾਨੀ ਨਹੀਂ ਮਿਲੀ, ਹਜੇ ਵੀ ਡਿਸਪਿਊਟ 'ਚ ਹੈ। ਅਸੀਂ 1966 ਤੋਂ ਲੈ ਕੇ ਹੁਣ ਤੱਕ ਯੂਟੀ ਦੇ ਵਿੱਚ ਹੀ ਕੰਮ ਕਰ ਰਹੇ ਹਾਂ। ਵਿਵਾਦ ਹੈ ਕਿ ਜੀ ਪੰਜਾਬ ਦਾ ਹੈ ਕਿ ਹਰਿਆਣੇ ਦਾ ਹੈ, ਇਸ ਨੂੰ ਲੈ ਕੇ ਵਿਵਾਦ ਹੈ ਤੇ ਉਸ ਵਿਵਾਦ ਦੇ ਵਿੱਚ ਸੈਂਟਰ ਗਵਰਨਮੈਂਟ ਨੇ ਉਹਦਾ ਫਾਇਦਾ ਉਠਾਇਆ ਹੋਇਆ ਤੇ ਉਹ ਆਪਣਾ ਚੱਲੀ ਜਾ ਰਿਹਾ। ਹੁਣ ਪੰਜਾਬ ਦਾ ਸਟੈਂਡ ਤਾਂ ਸਿੱਧਾ ਇਹੀ ਹੈ, ਉਹ ਇਸੇ ਗੱਲ ਦਾ ਵਿਰੋਧ ਕਰੇ ਕਿ ਹਰਿਆਣਾ ਨੂੰ ਕਿਉਂ ਦਿੱਤੀ ਜਾ ਰਹੀ ਹੈ। ਪਰ ਦੂਜੀ ਗੱਲ ਨਾਲ ਇਹ ਵੀ ਹੈ ਕਿ ਹਰਿਆਣੇ ਕੋਲ ਕਿਹੜਾ ਕੋਈ ਪਹਿਲੀ ਬਿਲਡਿੰਗ ਹੋਏਗੀ। ਇਸ ਤੋਂ ਪਹਿਲਾਂ ਉਹਨਾਂ ਦੇ ਮਿਨੀ ਸੈਕਟਰੀਏਟ ਇੱਥੇ ਨੇ, ਉਹਨਾਂ ਦਾ ਸੈਕਟਰੀਏਟ ਇੱਥੇ ਹੈ, ਉਹਨਾਂ ਦਾ 30 ਬੇਸ ਬਿਲਡਿੰਗ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਆਫਿਸਿਸ ਨੇ, ਉਹਨਾਂ ਦਾ ਕੀ ਨਾਮ ਹੈ ਕੈਗ ਇੱਥੇ ਬੈਠਦਾ। ਸੋ ਬਿਲਡਿੰਗਸ ਤਾਂ ਆਲਰੇਡੀ ਉਹਨਾਂ ਕੋਲੇ ਬਹੁਤ ਸਾਰੀਆਂ ਨੇ। ਤੇ ਨਹੀਂ ਇੰਦਰਪ੍ਰੀਤ ਜੀ, ਕੀ ਕੁਝ ਨਵੀਆਂ ਬਿਲਡਿੰਗਸ ਉਹਨਾਂ ਨੇ ਉਸਾਰੀਆਂ ਨੇ? ਉਸ ਤੋਂ ਬਾਅਦ ਮੈਨੂੰ ਇਹ ਦੱਸੋ, ਜਦੋਂ ਇਹ ਸਿਧਾਂਤਕ ਤੌਰ ਤੇ ਇਹ ਮੰਨ ਲਿਆ ਗਿਆ ਕਿ ਹਰਿਆਣੇ ਨੂੰ ਇੱਕ ਨਵੀਂ ਰਾਜਧਾਨੀ ਮਿਲੂਗੀ, ਉਸ ਤੋਂ ਬਾਅਦ ਹਰਿਆਣੇ ਨੇ ਇੱਥੇ ਕੋਈ ਸਿਧਾਂਤਕ ਕੰਸਟਰਕਸ਼ਨ ਕੀਤੀਆਂ ਜਿਹੜੀਆਂ ਇੰਡੀਕੇਟ ਕਰਦੀਆਂ ਹੋਣ ਉਹਨਾਂ ਦਾ ਹੱਕ ਮਜ਼ਬੂਤ ਕਰਦੀਆਂ ਹੋਣ? 66 ਤੋਂ ਬਾਅਦ ਹੀ ਨੇ ਸਾਰੀਆਂ। ਜੇ ਅਗਰ ਕੱਲ ਆਪਾਂ ਸੈਕਟਰੀਏਟ ਨੂੰ ਛੋੜ ਦਈਏ ਜਾਂ ਉਹਨਾਂ ਦੇ 30 ਬੇਸ ਬਿਲਡਿੰਗ ਉਹਨਾਂ ਦੀ
ਇਹਨੂੰ ਦੋ ਛੱਡ ਦੇ ਕਿਉਂਕਿ ਇਹ ਪਹਿਲਾਂ ਦੀਆਂ ਨੇ, ਬਾਕੀ ਤਾਂ ਉਹਨਾਂ ਦੀ ਸਾਰੀਆਂ ਨਵੀਆਂ ਨੇ। ਜਿਹੜਾ ਉਹਨਾਂ ਦਾ ਮਿੰਨੀ ਸੈਕਟਰੀਏਟ ਹੈ ਇਹ ਤਾਂ ਹਾਰਡਲੀ 20 ਸਾਲ ਪਹਿਲੇ ਦੀ ਬਿਲਡਿੰਗ ਹੈ ਉਹਨਾਂ ਦੀ, ਔਰ ਜਿਹੜੀ ਕੈਗ ਦੀ ਬਿਲਡਿੰਗ ਆ ਉਹ ਵੀ ਇਸੇ ਦੌਰਾਨ ਹੀ ਬਣੀ ਹੈ। ਇਹ ਨਹੀਂ ਕਿ ਉਹਨਾਂ ਨੇ ਨਹੀਂ ਬਣਾਈਆਂ ਬਿਲਡਿੰਗਾਂ। ਨਹੀਂ, ਪਰ ਇਹ ਜਗ੍ਹਾ ਉਹਨਾਂ ਨੂੰ ਆਲਰੇਡੀ ਅਲਾਟ ਹੋਈਆਂ ਹੋਣਗੀਆਂ, ਇਹ ਪਹਿਲਾਂ ਹੀ ਉਹਨਾਂ ਦੇ, ਕਿਉਂਕਿ ਪੰਜਾਬ ਵਿੱਚ ਵੀ ਐਸੀਆਂ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਦੇ ਉੱਤੇ ਉਹ ਕੰਸਟਰਕਟ ਕਰ ਸਕਦੇ ਆ। ਰਾਦਰ ਚੰਡੀਗੜ੍ਹ ਪ੍ਰਸ਼ਾਸਨ ਤਾਂ ਚਿੱਠੀਆਂ ਲਿਖਦਾ ਰਹਿੰਦਾ ਸੀ। ਮੈਨੂੰ ਯਾਦ ਹੈ ਜਦੋਂ ਕਲਗੀਧਰ ਨਿਵਾਸ ਸ਼੍ਰੋਮਣੀ ਕਮੇਟੀ ਨੇ ਨਹੀਂ ਸੀ ਬਣਾਇਆ, ਉਹਨਾਂ ਨੂੰ ਜੁਰਮਾਨਾ ਲੱਗਿਆ, ਅਕਾਲੀ ਦਲ ਨੂੰ ਦਫ਼ਤਰ ਬਣਾਉਣ ਲਈ ਕਾਹਲ ਕਰਨੀ ਪਈ ਸੀਗੀ, ਹੋਰ ਵੀ ਬਹੁਤ ਸਾਰੇ ਮੁੱਦੇ ਸੀ। ਜਿਹੜੀ ਜ਼ਮੀਨ ਅਲਾਟ ਹੋ ਜਾਂਦੀ ਉਹਦੇ ਉੱਤੇ ਤੁਹਾਨੂੰ ਕੰਸਟਰਕਸ਼ਨ ਕਰਨੀ ਪੈਂਦੀ ਆ। ਸੋ ਮੈਨੂੰ ਇਹ ਜ਼ਰੂਰ ਦੱਸੋ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਅਲਾਟ ਕਰਾਉਂਦੇ ਹੋ ਸਿਧਾਂਤਕ ਤੌਰ ਤੇ, ਭਾਵੇਂ ਕੋਈ ਆਪਣੀ ਅਖਬਾਰ ਲਈ ਕਰਾ ਰਿਹਾ, ਭਾਵੇਂ ਕੋਈ ਟੀਵੀ ਚੈਨਲ ਦਾ ਵੀ ਇੱਥੇ ਕੋਲ ਸੀਗਾ, ਮੈਨੂੰ ਜ਼ਰੂਰ ਇਸ ਤਰ੍ਹਾਂ ਜ਼ਰੂਰ ਦੱਸੋ ਕਿ ਜਦੋਂ ਵਿਧਾਨ ਸਭਾ ਤੁਸੀਂ ਆਪਣੀ ਇਸ ਨਵੇਂ ਸਿਰਿਓਂ ਕੁਝ ਕਰਾਉਣਾ ਚਾਹੁੰਦੇ ਹੋ ਤਾਂ ਅਸਰ ਕੁਝ ਹੋਰ ਤਰ੍ਹਾਂ ਦਾ ਨਹੀਂ ਹੁੰਦਾ? ਦੇਖੋ ਅਸਰ ਤਾਂ ਮੈਂ ਤਾਂ ਉਹੀ ਗੱਲ ਕਹਿ ਰਿਹਾ ਕਿ ਪੰਜਾਬ ਨੂੰ ਤਾਂ ਸਿਰਫ ਔਰ ਸਿਰਫ ਇਹ ਸਟੈਂਡ ਲੈਣਾ ਚਾਹੀਦਾ ਕਿ ਉੱਥੇ ਕਿਉਂ ਲੈ ਰਿਹਾ ਉਹ ਇਹ ਜ਼ਮੀਨ ਠੀਕ ਹੈ ਵਿਵਾਦਿਤ ਹੈ, ਪੂਰਾ ਚੰਡੀਗੜ੍ਹ ਇੱਕ ਵਿਵਾਦਿਤ ਜ਼ਮੀਨ ਹੈ, ਲੇਕਿਨ ਜ਼ਮੀਨ ਤਾਂ ਪੰਜਾਬ ਦੀ ਹੋਈ ਹੈ ਨਾ, ਤਾਂ ਉਸ ਤੇ ਹਰਿਆਣੇ ਨੂੰ ਕਿਉਂ ਅਲਾਟ ਕੀਤੀ ਜਾ ਰਹੀ ਹੈ? ਪੰਜਾਬ ਦਾ ਸਟੈਂਡ ਤਾਂ ਸਿਰਫ ਇੰਨਾ ਹੀ ਹੈ। ਲੇਕਿਨ ਜਿਹੜੀ ਅਸਲੀ ਗੱਲ ਮੈਂ ਸਮਝਣਾ ਚਾਹੁੰਦਾ ਯਾਰ, ਮੈਂ ਹੁਣ ਤੱਕ ਦੇਖ ਲਿਆ, ਕਿਉਂਕਿ ਦੇਖੋ ਅੱਜ ਅਸੀਂ ਜੇ 2023 ਚ ਬੈਠੇ ਹਾਂ, 1966 ਦੀ ਵੰਡ ਹੋਈ ਪਈ ਹੈ, ਲਗਭਗ ਅਸੀਂ 50 ਸਾਲ ਤੋਂ ਉੱਪਰ ਹੋ ਚੁੱਕੇ, 50 ਸਾਲ ਤੋਂ ਜ਼ਿਆਦਾ ਹੋ ਗਏ, 57 ਸਾਲ ਹੋ ਗਏ, 57 ਸਾਲ ਹੋ ਚੁੱਕਿਆ। 57 ਸਾਲ ਦੇ ਵਿੱਚ ਸਾਨੂੰ ਆਪਣੀ ਕੈਪੀਟਲ ਦਾ ਕੋਈ ਵੀ ਫਾਇਦਾ ਨਹੀਂ ਮਿਲ ਰਿਹਾ। ਹਰ ਸਟੇਟ ਨੂੰ ਉਹਦੀ ਕੈਪੀਟਲ ਦਾ ਇੱਕ ਫਾਇਦਾ ਹੁੰਦਾ ਹਰ ਸਟੇਟ ਨੂੰ, ਲੇਕਿਨ ਕੱਲਾ ਪੰਜਾਬ ਹੈ ਜਿਹਨੂੰ ਇਹ ਫਾਇਦਾ ਨਹੀਂ ਮਿਲ ਰਿਹਾ। ਹਰਿਆਣੇ ਨੂੰ ਗੁੜਗਾਉਂ ਕਰਕੇ ਮਿਲ ਜਾਂਦਾ ਕਿਉਂਕਿ ਐਨਸੀਆਰ ਦੇ ਨਾਲ ਉਹ ਅਟੈਚ ਹੈ, ਇਸ ਕਰਕੇ ਇੱਥੋਂ ਭਾਵੇਂ ਉਹਨੂੰ ਨਾ ਮਿਲ ਰਿਹਾ ਹੋਵੇ, ਲੇਕਿਨ ਗੁੜਗਾਉਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਉਹਨੂੰ ਬਹੁਤ ਫਾਇਦਾ ਮਿਲਦਾ ਹੈ, ਸਾਨੂੰ ਨਹੀਂ ਮਿਲਦਾ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਹਰਿਆਣੇ ਨੇ ਹਾਲਾਂਕਿ ਇਹ ਇਨ ਪ੍ਰਿੰਸੀਪਲ ਪਹਿਲਾਂ ਤੈਅ ਕਰ ਲਿਆ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਬਿਲਡਿੰਗਸ ਨਹੀਂ ਜ਼ਿਆਦਾ ਬਣਾਉਣੀਆਂ। ਤੁਸੀਂ ਉਹਨਾਂ ਦੇ ਦੇਖੋ ਜਿੰਨੇ ਵੀ ਉਹਨਾਂ ਦੇ ਜ਼ਿਆਦਾ ਆਫਿਸਿਸ ਨੇ, ਚਾਹੇ ਡੀਜੀਪੀ ਦਾ ਆਫਿਸ ਹੋਵੇ, ਚਾਹੇ ਮੰਡੀ ਬੋਰਡ ਦਾ ਆਫਿਸ, ਜਿੰਨੇ ਵੀ ਆਫਿਸ ਨੇ ਉਹਨਾਂ ਨੇ ਪੰਚਕੂਲਾ ਨੂੰ ਸੈਂਟਰ ਬਣਾ ਕੇ ਹੀ ਕੀਤੇ ਵੀ ਅਸੀਂ ਪੰਚਕੂਲਾ ਨੂੰ ਮਤਲਬ ਜਿਵੇਂ ਹੁੰਦਾ ਨਾ ਕਿ ਪੰਚਕੂਲਾ ਨੂੰ ਇੱਕ ਕੈਪੀਟਲ ਦੇ ਰੂਪ ਚ ਵਿਕਸਿਤ ਕਰਾਂਗੇ, ਤੇ ਉਹਨਾਂ ਨੂੰ ਉਹਦਾ ਫਾਇਦਾ ਹੋਇਆ ਵੀ ਹੈ, ਪੰਜਾਬ ਨਾਲੋਂ ਜ਼ਿਆਦਾ ਫਾਇਦਾ ਹੋਇਆ। ਪਰ ਇੱਕ ਹੈ ਪੋਲੀਟੀਕਲ, ਜਿਹੜਾ ਪੋਲੀਟੀਕਲ ਤੌਰ ਤੇ ਇੱਕ ਆਪਣੀ ਉਹ ਜਿਵੇਂ ਕਹਿੰਦੇ ਨਾ ਕਿ ਲੱਤ ਜੀ ਡਾਹ ਕੇ ਰੱਖਣਾ ਚਾਹੁੰਦੇ ਆ ਵੀ ਹਾਂ ਨਹੀਂ ਚੰਡੀਗੜ੍ਹ ਸਾਡਾ ਵੀ ਹੈਗਾ, ਤਾਂ ਉਹੀ ਉਹਦੇ ਤੌਰ ਤੇ ਉਹ ਹੁਣ ਜਿਹੜਾ ਇੱਕ ਇੱਥੇ ਹੁਣ 10 ਏਕੜ ਜ਼ਮੀਨ ਲੈ ਕੇ ਅਲੱਗ ਤੋਂ ਇੱਕ ਰਾਜ ਬਣਾ ਰਹੇ ਆ ਆਪਣੀ ਵਿਧਾਨ ਸਭਾ। ਅਦਰਵਾਈਜ਼ ਮੈਨੂੰ ਲੱਗਦਾ ਕਿ ਉਹਨਾਂ ਨੇ ਪਹਿਲਾਂ ਹਾਈ ਕੋਰਟ ਦਾ ਵੀ ਇਸ਼ੂ ਉਠਾਇਆ ਹੋਇਆ ਕਿ ਹਾਈ ਕੋਰਟ ਵੀ ਸਾਡੀ ਅੱਡ ਹੋਣੀ ਚਾਹੀਦੀ ਹੈ। ਉੱਥੇ ਹਾਲਾਂਕਿ ਉਹਨਾਂ ਦੇ ਜਿਹੜੇ ਜੱਜਸ ਨੇ ਉਹਨਾਂ ਦੀ ਗਿਣਤੀ ਅਲੱਗ ਤੌਰ ਤੇ ਉੱਥੇ ਸਟੈਬਲਿਸ਼ ਹੈ, ਪੰਜਾਬ ਦੀ ਅਲੱਗ ਤੌਰ ਤੇ ਸਟੈਬਲਿਸ਼ ਹੈ, ਪਰ ਉਹ ਕਹਿੰਦੇ ਵੀ ਨਹੀਂ ਸਾਡੀ ਹਾਈ ਕੋਰਟ ਹੀ ਅਲੱਗ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਹਾਲਾਂਕਿ 2 ਵਾਰ ਖਾਰਿਜ ਕੀਤਾ ਜਾ ਚੁੱਕਿਆ ਗਵਰਨਮੈਂਟ ਆਫ ਇੰਡੀਆ ਵੱਲੋਂ, ਪਰ ਫਿਰ ਵੀ ਟਾਈਮ ਟੂ ਟਾਈਮ ਜਿਹੜੀ ਵੀ ਨਵੀਂ ਸਰਕਾਰ ਬਣਦੀ ਹੈ ਉਹ ਆਪਣੀ ਇੱਕ ਗੱਲ ਲੈ ਕੇ ਬਹਿ ਜਾਂਦੀ ਹੈ ਕਿ ਸਾਡਾ ਇੱਥੇ ਹੋਣਾ ਚਾਹੀਦਾ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਪੰਚਕੂਲਾ ਵਾਲੀ ਸਾਈਡ ਤੇ 12 ਏਕੜ ਜ਼ਮੀਨ ਦਿੱਤੀ ਹੈ, ਤੇ ਜਿਹੜੀ ਲੈ ਰਹੇ ਨੇ ਉਹ ਵੀ ਬਿਲਕੁਲ ਪੰਚਕੂਲਾ ਦੇ ਨਾਲ ਹੀ ਲੱਗਦੀ ਹੈ, ਜਿੱਥੇ 10 ਏਕੜ ਉਹਨਾਂ ਨੂੰ ਅਲਾਟ ਹੋ ਰਹੀ ਹੈ। ਮੈਂ ਜਿਹੜੀ ਗੱਲ ਕਰ ਰਿਹਾ ਵੀ ਜੇ 5-10 ਕਿਲੋਮੀਟਰ ਇੱਧਰ ਲੈ ਰਹੇ ਹੋ ਤਾਂ 5-10 ਕਿਲੋਮੀਟਰ ਉੱਧਰ ਵੀ ਜਾ ਸਕਦੇ ਸੀ। ਜਿੱਥੇ 12 ਦੇਣੀਆਂ ਉੱਥੇ ਆਪਣੀ ਵਿਧਾਨ ਸਭਾ ਬਣਾ ਲੈਂਦੇ ਤਾਂ ਘੱਟੋ ਘੱਟ ਉਹਨਾਂ ਨੂੰ ਤਾਂ ਕੈਪੀਟਲ ਦਾ ਫਾਇਦਾ ਮਿਲਦਾ, ਪਰ ਉਹ ਨਹੀਂ ਲੈਣਾ ਨਾ। ਐਕਚੁਅਲੀ ਗੱਲ ਹੈਗੀ ਹੈ ਲੱਤ ਵਿੱਚ ਅੜਾ ਕੇ ਰੱਖਣ ਦੀ, ਉਹ ਲੱਤ ਅੜਾ ਕੇ ਰੱਖੀ ਹੋਈ ਆ ਉਹਨਾਂ ਨੇ। ਇਹ ਸੰਕੇਤਕ ਸੁਨੇਹੇ ਹੁੰਦੇ ਆ ਜਿਹੜੇ ਅਗਲੇ ਲਾਉਣਾ ਚਾਹੁੰਦੇ ਆ। ਹਾਂਜੀ ਭਾਸਕਰ ਸਾਹਿਬ, ਜਿੱਥੇ ਤੱਕ ਗੱਲ ਇਸ ਸਾਰੇ ਡਿਸਪਿਊਟ ਦੀ ਅਗਰ ਜੜ ਤੇ ਜਾਣਾ ਹੋਏ, ਰੀਆਰਗਨਾਈਜੇਸ਼ਨ ਐਕਟ 1966 ਜਦ ਪੰਜਾਬ ਤੋਂ ਹਰਿਆਣਾ ਵੱਖਰਾ ਹੋਇਆ ਸੀਗਾ, ਹਰਿਆਣਾ ਨੇ ਮੰਗ ਕੀਤੀ ਸੀ ਵੱਖਰੇ ਹੋਣ ਦੀ। ਉਹ ਮੰਗ ਨਹੀਂ ਸੀ, ਉਹ ਬੇਸਿਕਲੀ ਵੱਖਰਾ ਵੀ ਪੋਲੀਟੀਕਲ ਰੀਜ਼ਨ ਕਰਕੇ ਜ਼ਿਆਦਾ ਹੋਇਆ ਸੀਗਾ। ਕਾਰਨ ਕਿ ਪੰਜਾਬ ਔਰ ਹਰਿਆਣਾ ਦੇ ਵਿੱਚ ਟੋਟਲ ਪਾਪੂਲੇਸ਼ਨ ਸਿੱਖ ਪਾਪੂਲੇਸ਼ਨ ਸੀਗੀ ਉਹ ਬਣਦੀ ਸੀਗੀ 14%, ਤੇ 14% ਨੂੰ 65% ਬਣਾਉਣ ਵਾਸਤੇ ਪੰਜਾਬ ਵੱਖਰਾ ਕੀਤਾ ਗਿਆ, ਔਰ ਹਰਿਆਣੇ ਨੂੰ ਸਾਡੇ ਤੋਂ ਉਹਨਾਂ ਦੀ ਮਰਜ਼ੀ ਦੇ ਖਿਲਾਫ, ਕਿਉਂਕਿ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਏਰੀਆ ਕਾਫੀ ਸਾਰੇ ਹੈਗੇ ਨੇ। ਉਹੀ ਡਿਸਪਿਊਟ ਨੂੰ ਜੇ ਆਪਾਂ ਹੁਣ ਇਹ ਮੰਗ ਕਰ ਦਈਏ ਵੀ ਸਾਨੂੰ ਸਾਡਾ ਛੋਟਾ ਭਰਾ ਵਾਪਸ ਚਾਹੀਦਾ ਹੈ, ਯਾਨੀ ਹਰਿਆਣਾ ਨੂੰ ਫਿਰ ਪੰਜਾਬ ਨੂੰ ਦਿਓ, ਤੇ ਸਾਰੀ ਡਿਸਪਿਊਟ ਦਾ ਹੱਲ ਹੀ ਹੋ ਜਾਂਦਾ। ਪਰ ਇਹ ਮੰਗ ਇਸ ਕਰਕੇ ਨਹੀਂ ਹੋਣੀ ਕਿਉਂਕਿ ਇਹਦੇ ਵੀ ਪੋਲੀਟੀਕਲ ਰੀਜ਼ਨ ਹਜੇ ਵੀ ਹੈਗੇ ਨੇ। ਕਾਰਨ ਕਿ ਪੰਜਾਬ ਔਰ ਹਰਿਆਣਾ ਅਗਰ ਇਕੱਠੇ ਹੋ ਜਾਂਦੇ ਨੇ ਤੇ ਸਿੱਖ ਪਾਪੂਲੇਸ਼ਨ ਬਣਦੀ ਹੈ 14%, ਜਾਂ ਹੁਣ ਚਲੋ 18 ਹੋ ਜਾਏਗੀ, 20 ਹੋ ਜਾਏਗੀ। ਔਰ ਦੂਜੇ ਪਾਸੇ ਜੇ ਹਿੰਦੂ ਪਾਪੂਲੇਸ਼ਨ ਦੀ ਗੱਲ ਕਰੀਏ ਜਾਂ ਗੈਰ ਸਿੱਖ ਪਾਪੂਲੇਸ਼ਨ ਦੀ ਕਰੀਏ, ਉਹ ਆਪਣੇ ਆਪ ਵਿੱਚ 65 ਤੋਂ 70% ਹੋ ਜਾਂਦੀ ਹੈ। ਡਿਸਪਿਊਟ ਤੇ ਹੁਣ ਉੱਥੇ ਹੀ ਖੜਾ ਹੈ ਜਿੱਥੇ 1966 ਦੇ ਵਿੱਚ ਖੜਾ ਸੀ। ਅੱਜ ਵੀ ਇਸ ਮੰਗ ਦੇ ਉੱਤੇ
ਕਈ ਲੈਵਲ ਤੇ ਕਈ ਪਲੇਟਫਾਰਮ ਤੇ ਗੱਲਾਂ ਜ਼ਰੂਰ ਹੁੰਦੀਆਂ, ਪਰ ਉਹ ਗੱਲਾਂ ਉੱਥੇ ਹੀ ਰੁਕ ਕੇ ਰਹਿ ਜਾਂਦੀ ਹੈ। ਕਾਰਨ ਹਰਿਆਣਾ ਸਾਡਾ ਛੋਟਾ ਭਰਾ ਹੈ, ਅਸੀਂ ਅਕਸਰ ਕਹਿੰਦੇ ਹਾਂ, ਪਰ ਹੁਣ ਹਰਿਆਣਾ ਨੂੰ ਕੁਝ ਮਿਲੇ ਤੇ ਸਾਨੂੰ ਦੁੱਖ ਹੁੰਦਾ ਹੈ। ਪੰਜਾਬ ਆਪਣੇ ਹੱਕਾਂ ਦੇ ਵਾਸਤੇ ਹਜੇ ਵੀ ਲੜਦਾ ਫਿਰਦਾ ਹੈ, ਪਰ ਇਹ ਡਿਸਪਿਊਟ ਪੈਦਾ ਕਿਉਂ ਹੋਈ ਸੀ, ਇਸ ਜੜ ਦੇ ਵਿੱਚ ਹਜੇ ਤੱਕ ਕੋਈ ਨਹੀਂ ਜਾ ਰਿਹਾ। ਭਾਸਕਰ ਸਾਹਿਬ, ਤੁਸੀਂ ਥੋੜਾ ਜਿਹਾ ਪਿੱਛੇ ਜਾਇਓ। ਦਰਅਸਲ ਜਿਹੜੀ ਇਹ ਵੰਡ ਹੋਈ ਆ, ਇਹ ਭਾਸ਼ਾ ਆਧਾਰਿਤ ਸੂਬਿਆਂ ਦੀ ਹੋਈ ਆ। ਜਦੋਂ ਸਾਰੇ ਦੇਸ਼ ਵਿੱਚ ਭਾਸ਼ਾ ਆਧਾਰਿਤ ਰਾਜ ਬਣ ਗਏ ਸੀ ਨਾ, ਤੇ ਉਦੋਂ ਪੰਜਾਬ ਨੂੰ ਇਹ ਭਾਸ਼ਾ ਆਧਾਰਿਤ ਸੂਬਾ ਲੈਣ ਲਈ ਲੜਨਾ ਪਿਆ। ਅਕਾਲੀਆਂ ਨੇ ਸਭ ਤੋਂ ਵੱਧ ਇਹਦੇ ਵਿੱਚ ਲੜਾਈ ਲੜੀ ਆ, ਔਰ ਸ਼ਾਇਦ ਉਹਨਾਂ ਦਾ ਇਹ ਮਕਸਦ ਵੀ ਸੀਗਾ ਕਿ ਘੱਟੋ ਘੱਟ ਨਰੋਲ ਅਕਾਲੀ ਰਾਜ ਉਦੋਂ ਹੀ ਸਥਾਪਿਤ ਹੋ ਸਕਦਾ ਜਦੋਂ ਸਿੱਖ ਮੈਜੋਰਟੀ ਸਟੇਟ ਹੋਵੇ। ਉਹਨਾਂ ਦਾ ਇਹ ਛੋਟਾ ਮਕਸਦ ਤਾਂ ਹੋ ਸਕਦਾ। ਇਸ ਮਕਸਦ ਨੇ ਇਹ ਨੁਕਸਾਨ ਕਰਾਇਆ ਕਿ ਕੁਝ ਲੋਕਾਂ ਨੇ ਆਪਣੀ ਭਾਸ਼ਾ ਪੰਜਾਬੀ ਦੀ ਬਜਾਏ ਹਿੰਦੀ ਲਿਖਵਾਉਣੀ ਸ਼ੁਰੂ ਕਰਤੀ। ਉਹ ਰੌਲੇ, ਭਾਸਕਰ ਸਾਹਿਬ ਜੇ ਥੋੜਾ ਹੋਰ ਡੂੰਘਾਈ 'ਚ ਜਾਓਗੇ, ਉਦੋਂ ਪੋਲਿਟਿਕਸ ਹੋਈ। ਸਾਡੇ ਕੁਝ ਪੰਜਾਬੀ ਬੋਲਦੇ ਏਰੀਏ ਇਸ ਕਰਕੇ ਚਲੇ ਗਏ ਕਿਉਂਕਿ ਉੱਥੇ ਸਿੱਖ ਹਿੰਦੂ ਦਾ ਮਾਮਲਾ ਆਇਆ ਸੀਗਾ। ਲੇਕਿਨ ਫਿਰ ਵੀ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਬਾਕੀ ਸਾਰੇ ਦੇਸ਼ ਵਿੱਚ ਬਹੁਤ ਸੌਖਿਆਂ ਭਾਸ਼ਾ ਆਧਾਰਿਤ ਰਾਜ ਬਣਾਤੇ ਗਏ ਸੀ, ਪੰਜਾਬ ਨੂੰ ਲੜ ਕੇ ਲੈਣਾ ਪਿਆ, ਲੇਕਿਨ ਮਿਲਿਆ ਅਧੂਰਾ। ਉਦੋਂ ਸਾਡੀ ਲੀਡਰਸ਼ਿਪ ਸੰਤ ਫਤਿਹ ਸਿੰਘ ਤੋਂ ਲੈ ਕੇ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਢੁਕਵੇਂ ਸਮੇਂ ਤੇ ਢੁਕਵੇਂ ਫੈਸਲੇ ਲੈਣੇ ਸੀ, ਉਹ ਨਦਾਰਦ ਹੋ ਗਏ, ਪਾਸੇ ਚਲੇ ਗਏ। ਵਿਦੇਸ਼ਾਂ 'ਚ ਵੀ ਸੰਤ ਫਤਿਹ ਸਿੰਘ ਬਾਰੇ ਕਿਹਾ ਜਾਂਦਾ ਹੈ। ਅੱਜ ਇਹ ਸਵਾਲ ਖੜਾ ਹੈ ਕਿ ਜਦੋਂ ਇਹੋ ਜਿਹੇ ਮੌਕੇ ਆਉਂਦੇ ਆ, ਉਦੋਂ ਤੁਹਾਡੀ ਲੀਡਰਸ਼ਿਪ ਕਿਸ ਤਰ੍ਹਾਂ ਦੇ ਸਟੈਂਡ ਲੈਂਦੀ ਆ। ਉਦੋਂ ਹੀ ਚੰਡੀਗੜ੍ਹ ਦਾ ਫੈਸਲਾ ਹੁੰਦਾ ਬਹੁਤ ਆਸਾਨ ਹੁੰਦਾ, ਬਹੁਤ ਆਸਾਨ ਹੋ ਜਾਂਦਾ ਕਰਾਉਣਾ। 86 ਦੇ ਵਿੱਚ ਬਹੁਤ ਆਸਾਨ ਸੀ ਇਹ ਮਾਮਲਾ ਹੱਲ ਹੋਣਾ। ਉਦੋਂ ਵੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਮਰਹੂਮ ਜੁਰਤ ਨਹੀਂ ਕਰ ਸਕੇ ਕਿ ਉਹ ਰਿਜ਼ਾਈਨ ਕਰ ਦੇਣ। ਮੈਂ ਇਸ ਕਰਕੇ ਸਵਾਲ ਉਠਾ ਰਿਹਾ ਕਿ ਇਹ ਵੰਡ ਭਾਸ਼ਾ ਆਧਾਰਿਤ ਸੀ। ਇਹਦੇ ਵਿੱਚ ਮਤਲਬ ਸਿਰਫ ਸਿੱਖਾਂ ਦੀ ਮੈਜੋਰਟੀ ਦਾ ਬਣਾਉਣਾ ਅਕਾਲੀਆਂ ਦਾ ਹੋ ਸਕਦਾ, ਜਿਨ੍ਹਾਂ ਨੂੰ ਅੱਜ ਤੱਕ ਵੀ ਇਹਦੇ ਵਿੱਚ ਲੋਕ ਤਾਨੇ ਮਾਰਦੇ ਆ ਕਿ ਤੁਸੀਂ ਤਾਂ ਮਤਲਬ ਪ੍ਰਸਤ ਸੀਗੇ, ਚਲੋ ਹੁਣ ਆਪਾਂ ਅੱਗੇ ਵਧਦੇ ਆ। ਨਹੀਂ, ਬਿਲਕੁਲ ਤੁਸੀਂ ਇਹ ਗੱਲ ਠੀਕ ਕਹਿ ਰਹੇ ਹੋ, ਪਰ ਜਦ ਪੰਜਾਬੀ ਬੋਲਦੇ ਏਰੀਏ ਦੀ ਗੱਲ ਹੈਗੀ ਹੈ, ਕਈ ਵਾਰ ਤੁਹਾਡੇ ਸੈਨਾਪਤੀ ਜਾਂ ਫਿਰ ਉਸ ਸੈਨਾ ਨੂੰ ਲੀਡ ਕਰਨ ਵਾਲੇ ਲੋਕ ਜਦ ਲੜਾਈ ਛੇੜ ਕੇ ਬਾਅਦ ਚੋਂ ਮੈਦਾਨ ਤੋਂ ਭੱਜ ਜਾਂਦੇ ਨੇ, ਤੇ ਫਿਰ ਲੜਨ ਵਾਸਤੇ, ਤੇ ਹੁਣ ਅੱਜ ਤੱਕ ਆਪਾਂ ਲੜਦੇ ਹੀ ਪਏ ਆ ਨਾ ਚੰਡੀਗੜ੍ਹ ਦੇ ਵਾਸਤੇ। ਜੇ ਪੰਜਾਬੀ ਬੋਲਦੇ ਏਰੀਏ ਦੀ ਗੱਲ ਛੇੜੀ ਸੀਗੀ ਤੇ ਤੁਸੀਂ ਜੀਟੀ ਰੋਡ ਦਿੱਲੀ ਤੱਕ ਚਲੇ ਜਾਓ, ਮੇਰੇ ਖਿਆਲ ਨਾਲ ਪਾਣੀਪਤ ਤੱਕ ਪੰਜਾਬੀ ਬੋਲਦੇ ਏਰੀਏ ਹੈਗੇ ਨੇ, ਉਹਨਾਂ ਦੀ ਗੱਲ ਅੱਜ ਤੱਕ ਨਹੀਂ ਹੋਈ। ਹੁਣ ਉਹਨਾਂ ਨੂੰ ਲੈ ਕੇ ਫਿਰ ਹਰਿਆਣਾ ਕਿੱਥੇ ਜਾਂਦਾ? ਯਾਨੀ ਡਿਸਪਿਊਟ ਵੱਡੇ ਨੇ, ਪਰ ਦੁੱਖ ਦੀ ਗੱਲ ਹੈ ਵੇ ਕਿ ਜਿਨ੍ਹਾਂ ਲੀਡਰਾਂ ਨੇ, ਜਿਨ੍ਹਾਂ ਪੋਲੀਟੀਸ਼ੀਅਨਾਂ ਨੇ ਇਹ ਲੜਾਈ ਛੇੜੀ ਸੀਗੀ, ਜਿਹਦੇ ਕਰਕੇ ਹਰਿਆਣਾ ਸਾਡੇ ਤੋਂ ਵੱਖਰਾ ਹੋਇਆ, ਉਹ ਉਸ ਲੜਾਈ ਨੂੰ ਅੱਜ ਤੱਕ ਅਧੂਰੀ ਛੱਡ ਕੇ, ਪਤਾ ਨਹੀਂ ਕਿਉਂ ਛੱਡ ਗਏ, ਉਸ ਮੁੱਦੇ ਦੇ ਉੱਤੇ ਅੱਗੇ ਛੇੜਿਆ ਹੀ ਨਹੀਂ। ਤੇ ਇਹ ਡਿਸਪਿਊਟ ਜਿਹਨੂੰ ਆਪਾਂ ਡਿਸਪਿਊਟ ਕਹਿ ਰਹੇ ਹਾਂ, ਬੇਸਿਕਲੀ ਉਸ ਟਾਈਮ ਹੱਲ ਹੋ ਜਾਂਦੇ ਤੇ ਅੱਜ ਇਹ ਡਿਸਪਿਊਟ ਹੋਣੇ ਹੀ ਨਹੀਂ ਸੀ। ਇਹ ਹੈ ਹੀ ਇਸ ਕਰਕੇ ਡਿਸਪਿਊਟ ਕਿ ਸਿਰਫ ਕਲੇਮ ਦੀ ਗੱਲ ਪੰਜਾਬ ਸਰਕਾਰ, ਪੰਜਾਬ ਦੇ ਪੋਲੀਟੀਸ਼ੀਅਨ ਕਰਦੇ ਨੇ। ਹੁਣ ਨਵੀਂ ਇੱਕ ਪੋਲੀਟੀਕਲ ਪਾਰਟੀ ਆਈ ਹੈ ਪੰਜਾਬ ਦੇ ਵਿੱਚ, ਇਸ ਪੋਲੀਟੀਕਲ ਪਾਰਟੀ ਤੋਂ ਇਹ ਉਮੀਦ ਹੈ ਨਾ ਕਿ ਘੱਟ ਤੋਂ ਘੱਟ ਉਹਨਾਂ ਮੁੱਦਿਆਂ ਦੇ ਉੱਤੇ ਡਟ ਕੇ ਖੜੀ ਹੋਏ। ਪਰ ਦਿੱਕਤ ਹੈ ਵੇ ਕਿ ਇਸ ਪੋਲੀਟੀਕਲ ਪਾਰਟੀ ਦੇ ਵੀ ਪੋਲੀਟੀਕਲ ਸਟੇਕਸ ਹਰਿਆਣਾ ਦੇ ਵਿੱਚ ਵੀ ਹੈਗੇ ਆ। ਉਹ ਉੱਥੇ ਸ਼ੰਭੂ ਬਾਰਡਰ ਟੱਪਣ ਤੋਂ ਬਾਅਦ ਉਹ ਹਰਿਆਣਾ ਦੀ ਗੱਲ ਕਰਦੇ ਨੇ, ਐਸਵਾਈਐਲ ਦੇ ਪਾਣੀ ਨੂੰ ਹਰ ਖੇਤ ਦੇ ਵਿੱਚ ਪਹੁੰਚਾਉਣ ਦੀ ਗੱਲ ਕਰਦੇ ਨੇ। ਹੁਣ ਦੂਜੇ ਪਾਸੇ ਜੇ ਹਰਿਆਣਾ ਨੂੰ ਕੁਝ ਪੰਜਾਬ ਚੰਡੀਗੜ੍ਹ ਦੇ ਵਿੱਚ ਮਿਲ ਰਿਹਾ ਤੇ ਉਹਨੂੰ ਆਪਾਂ ਅਪੋਜ਼ ਵੀ ਕਰਦੇ ਹਾਂ। ਹੁਣ ਉਹਦੀ ਅਪੋਜੀਸ਼ਨ ਦੇ ਥਰੂ ਪੋਲੀਟੀਕਲ ਐਕਸਰਸਾਈਜ਼ ਇਹ ਵੀ ਹੋ ਜਾਂਦੀ ਹੈ ਕਿ ਹਰਿਆਣਾ ਦੇ ਵਿੱਚ ਆਪਾਂ ਕੀ ਮੂੰਹ ਦਿਖਾਵਾਂਗੇ, ਜਿੱਥੇ ਆਪਾਂ ਕੈਂਪੇਨ ਛੋੜਿਆ ਹੋਇਆ, ਬਿਜਲੀ ਮੁਫਤ ਦੇਣ ਦਾ ਵਾਅਦਾ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ। ਇਹ ਸਾਰੀ ਗੱਲਾਂ ਹੁਣ ਪੋਲੀਟੀਕਲੀ ਕਨੈਕਟਡ ਹੈਗੀਆਂ। ਜਿੱਥੇ ਆਪਾਂ 1966 ਵਿੱਚ ਖੜੇ ਸੀ, ਉੱਥੇ ਹੁਣ ਦੁਬਾਰਾ ਖੜੇ ਆ, ਕਿਉਂਕਿ ਅੱਜ ਵੀ ਪੋਲੀਟੀਕਲ ਪਾਰਟੀ ਜਿਹੜੀ ਵੀ ਹੈਗੀ ਹੈ ਸੱਤਾ ਦੇ ਵਿੱਚ, ਉਹਦੇ ਵੀ ਡਬਲ ਸਟੈਂਡਰਡ ਹੈਗੇ ਨੇ, ਜਿੱਦਾਂ ਦੇ ਡਬਲ ਸਟੈਂਡਰਡ ਉਸ ਵਕਤ ਦੀ ਪੋਲੀਟੀਕਲ ਲੀਡਰਸ਼ਿਪ ਦੇ ਸੀ। ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਨੇ ਮਿਹਣਾ ਮਾਰਿਆ ਵੀ ਜਿਹੜੇ ਪੰਜਾਬ ਦੇ ਲੀਡਰ ਆ ਉਹ ਭੱਜ ਜਾਂਦੇ ਨੇ, ਕੱਲ ਛੇੜ ਕੇ ਧੱਫਾ ਮਾਰ ਕੇ ਭੱਜ ਜਾਂਦੇ ਨੇ। ਸਵਾਲ ਭਾਸਕਰ ਸਾਹਿਬ ਇਹ 2 ਵਾਰੀ ਉੱਠਿਆ। ਜਦੋਂ ਅੰਗਰੇਜ਼ ਛੱਡ ਕੇ ਜਾ ਰਹੇ ਸੀ ਨਾ, ਤੇ ਉਦੋਂ ਇੱਕ ਵਾਰੀ ਇਹ ਖਿਆਲ ਜ਼ਰੂਰ ਆਇਆ ਸੀ ਵੀ ਸਿੱਖਾਂ ਦਾ ਰਾਜ ਲਿਆ, ਇਹਨਾਂ ਨੂੰ ਇੱਕ ਰਾਜ ਵੀ ਦੇ ਦਿਓ। ਤੇ ਜਦੋਂ ਕੈਲਕੂਲੇਸ਼ਨ ਕੀਤੀ ਤੇ 2 ਤਹਿਸੀਲਾਂ 'ਚ ਮੈਜੋਰਟੀ 'ਚ ਸਿੱਖ ਸੀਗੇ, ਬਹੁ ਗਿਣਤੀ 'ਚ ਸਿਰਫ 2 ਤਹਿਸੀਲਾਂ, ਔਰ ਇਹ ਸਿਧਾਂਤਕ ਫੈਸਲਾ ਹੋ ਹੀ ਨਹੀਂ ਸੀ ਸਕਦਾ, ਔਰ ਸਿੱਖਾਂ ਨੇ ਇਸ ਦੇਸ਼ ਨਾਲ ਸ਼ਾਮਲ ਹੋਣ ਦਾ ਫੈਸਲਾ ਕੀਤਾ। ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੈਂ ਬਤੌਰ ਸਿੱਖ ਗੱਲ ਕਰ ਰਿਹਾ, ਹਿਸਟਰੀ ਜੋ ਕਹਿ ਰਹੀ ਹੈ। ਪਰ ਸਵਾਲ ਇਹ ਵੀ ਆ ਕਿ ਉਦੋਂ ਜਦੋਂ ਇਸ ਗੱਲ ਦਾ ਰੌਲਾ ਸੀ ਕਿ ਗਾਂਧੀ, ਜਿਨਾਹ ਔਰ ਨਹਿਰੂ ਦੇ ਵਿੱਚ ਇਹ ਰੌਲੇ ਸੀਗੇ ਸਿੱਖਾਂ ਨੂੰ ਕਿੱਧਰ ਲਿਆਂਦਾ ਜਾਵੇ, ਔਰ ਸਿੱਖਾਂ ਦਾ ਫੈਸਲਾ ਇਸ ਦੇਸ਼ ਨਾਲ ਰਹਿਣ ਦਾ ਸੀ। ਫਿਰ ਇੱਕ ਖਿੱਤਾ ਦੇਣ ਦੀ ਗੱਲ ਹੋਈ, ਉਹ ਖਿੱਤਾ ਵੀ ਪਿੱਛੇ ਚਲੇ ਗਿਆ। ਹੁਣ ਘੱਟੋ ਘੱਟ ਇਸ ਦੇਸ਼ ਦੇ ਹਾਕਮ ਹਿਸਟਰੀ ਵੱਲ ਜਾਣ, ਤੇ ਜੇ ਇਹਨਾਂ ਨੇ ਕੁਝ ਵੀ ਨਹੀਂ, ਮੈਂ ਕਹਿੰਦਾ ਵੀ ਇਹਨਾਂ ਦੇ ਲੀਡਰ ਸਾਰੇ ਹੀ ਨਿਕੰਮੇ ਆ, ਤੇ ਦੇਸ਼ ਦੀਆਂ ਲੜਾਈਆਂ ਦੇ ਵਿੱਚ
ਜਾਂ ਬਾਕੀ ਪ੍ਰਤੀਸ਼ਤਤਾ ਦੇ ਲਿਹਾਜ਼ ਨਾਲ ਇਹਨਾਂ ਨੂੰ ਮਾੜੀ ਮੋਟੀ ਇਹਨਾਂ ਦੀ ਰਾਜਧਾਨੀ ਦੇ ਕੇ ਤੇ ਪਾਸੇ ਕਰਨ।